श्री नानक पद पंकज बंदन पद पंकज बंदना सिमरो अंगद दुख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदो बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए दर्भ कमावन सिखवन हेतु निकट विसायो कृपा निकेतु जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਅਤਿਤਕਾਰ ਯੁਗ ਸਤਸੰਗੀ ਜਨੋਂ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਾਨੂੰ ਇਸ ਭਾਗ ਸਮਾ ਪ੍ਰਾਪਤ ਹੋਇਆ ਹੈ। ਰੋਜ਼ਾਨਾ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਜੋ ਕੁਝ ਘੜੀਆਂ ਸਫਲਾ ਬਣਾਉਣ ਵਾਸਤੇ ਅਸੀਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠ ਕੇ ਜਿੱਥੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਆ, ਨਾਲ ਹੀ ਨਾਲ ਸਤਿਗੁਰਾਂ ਜੀ ਦੇ ਇਤਿਹਾਸ ਤੋਂ ਵੀ ਜਾਣੂ ਹੋਣ ਦਾ ਯਤਨ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਜੋ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੁਰਬਰਾਤ ਅਧਿਆਇ 14ਵੇਂ ਦਾ ਪ੍ਰਸੰਗ ਜੋ ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਆਰੰਭ ਕੀਤਾ ਸੀ, ਤੇ ਇਸ ਪ੍ਰਸੰਗ ਦੀ ਵਿਚਾਰ ਦੇ ਵਿੱਚ ਅਸੀਂ ਇੱਥੋਂ ਤੱਕ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਮਾਤਾ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਨੇ, ਪ੍ਰਸ਼ਾਦਾ ਪਾਣੀ ਛਕਾਉਂਦੇ ਨੇ, ਤੇ ਇਸੇ ਤਰ੍ਹਾਂ ਫਿਰ ਕੁਝ ਕੁ ਮਹੀਨੇ ਬੀਤਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿਹਤ ਪੱਖੋਂ ਨਰੋਏ ਹੋ ਜਾਂਦੇ ਨੇ, ਤੰਦਰੁਸਤ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਦੇਖ ਕੇ ਮਾਤਾ ਜੀ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡਾ ਪੁੱਤਰ ਚੰਗੇ ਤਰੀਕੇ ਦੇ ਨਾਲ ਹੁਣ ਅਰੋਗ ਹੋ ਗਿਆ। ਤੇ ਇਸ ਦੇ ਬਾਅਦ ਫਿਰ ਮਾਤਾ ਜੀ ਜਿਹੜੇ ਇਲਾਕੇ ਦੇ ਲੋਕ ਨੇ, ਵਿਦਵਾਨ ਨੇ, ਉਹਨਾਂ ਨੂੰ ਕੁਝ ਦਾਨ ਵੀ ਦਿੰਦੇ ਨੇ, ਤੇ ਫਿਰ ਆਪਣੇ ਪੁੱਤਰ ਦੇ ਵਾਸਤੇ ਸੋਹਣੇ ਬਸਤਰ ਵੀ ਤਿਆਰ ਕਰਵਾਉਂਦੇ ਨੇ, ਤੇ ਬਸਤਰ ਤਿਆਰ ਕਰਵਾ ਕੇ ਫਿਰ ਆਪਣੇ ਪੁੱਤਰ ਨੂੰ ਪਹਿਨਾਉਂਦੇ ਨੇ।
ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਵੀ ਆਪਣੇ ਪੁੱਤਰ ਨੂੰ ਬਹੁਤ ਲਾਡ ਪਿਆਰ ਕਰਦੇ ਨੇ। ਲਾਡ ਪਿਆਰ ਕਰਦੇ ਕਰਦੇ ਫਿਰ ਆਪਸ ਦੇ ਵਿੱਚ ਵਿਚਾਰ ਚਰਚਾ ਵੀ ਕਰਦੇ ਨੇ। ਤੇ ਕਵੀ ਜੀ ਨੇ ਪਿਛਲੇ ਪ੍ਰਸੰਗ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸ਼ੋਰ ਅਵਸਥਾ ਦੇ ਵਿੱਚ, ਭਾਵ ਜਿਹੜੀ ਉਮਰ 11 ਤੋਂ 15 ਸਾਲ ਦੀ ਉਮਰ ਦਾ ਜੋ ਸਮਾਂ ਮੰਨਿਆ ਜਾਂਦਾ ਉਹਨੂੰ ਕਿਸ਼ੋਰ ਅਵਸਥਾ ਕਹਿ ਦਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਇਸ ਉਮਰ ਕਾਲ ਦੇ ਵਿੱਚ ਵਿਚਰਦੇ ਨੇ ਤੇ ਫਿਰ ਆਖਦੇ ਨੇ ਕਿ ਬਹੁਤ ਸੋਹਣੇ ਲੱਗਦੇ ਨੇ। ਇਸੇ ਤਰ੍ਹਾਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਨਾਲ ਵਿਚਾਰ ਚਰਚਾ ਕਰਦੇ ਨੇ। ਵਿਚਾਰ ਚਰਚਾ ਕਰਦੇ ਕਰਦੇ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਆਪਣੇ ਪਾਸ ਬੁਲਾ ਲੈਂਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਦੇਖਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਮਹਿਤਾ ਕਾਲੂ ਜੀ ਦੇ ਵਿਚਕਾਰ ਕੀ ਵਿਚਾਰ ਚਰਚਾ ਹੁੰਦੀ ਹੈ। ਕਿਉਂਕਿ ਆਪਣੇ ਪੁੱਤਰ ਨੂੰ ਪਿਆਰ ਦੇ ਨਾਲ ਕੋਲ ਬੁਲਾਇਆ ਤੇ ਅਸੀਂ ਦੇਖਦੇ ਹਾਂ ਕਿ ਪਿਓ ਪੁੱਤ ਦੇ ਵਿਚਕਾਰ ਹੁਣ ਕੀ ਵਿਚਾਰ ਚਰਚਾ ਹੁੰਦੀਆਂ ਨੇ। ਆਓ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦਰਬ ਕਮਾਵਨ ਸਿਖਵਨ ਹੇਤੂ, ਨਿਕਟ ਵਿਸਾਇਓ ਕਿਰਪਾ ਨਿਕੇਤੂ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਮਹਿਤਾ ਕਾਲੂ ਜੀ ਹੁਣ ਆਪਣੇ ਪੁੱਤਰ ਨੂੰ ਆਪਣੇ ਪਾਸ ਬੁਲਾਉਂਦੇ ਨੇ, ਉਹਨਾਂ ਨੂੰ ਸੱਦਾ ਦਿੰਦੇ ਨੇ ਵੀ ਹੇ ਪੁੱਤਰ ਜੀ ਮੇਰੇ ਕੋਲ ਆ ਕੇ ਬੈਠੋ। ਤੇ ਆਖਦੇ ਨੇ ਕਿ ਧਨ ਕਮਾਉਣ ਦੀ ਸਿੱਖਿਆ ਦੇਣ ਦੇ ਹਿੱਤ ਕਿ ਕਿਵੇਂ ਧਨ ਦੀ ਪ੍ਰਾਪਤੀ ਕੀਤੀ ਜਾ ਸਕਦੀ, ਕਿਵੇਂ ਧਨ ਕਮਾਇਆ ਜਾ ਸਕਦਾ, ਇਸ ਦੇ ਬਾਬਤ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਉਂਦੇ ਨੇ ਤੇ ਕੋਲ ਬਿਠਾਉਂਦੇ ਨੇ। ਪ੍ਰੀਤ ਚਿੰਤ ਮਹਿ ਸਾਨੀ ਬਾਨੀ, ਬੋਲਿਓ ਰੀਤ ਅਨੀਤ ਪਛਾਨੀ। ਤੇ ਹੁਣ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਆਪਣੇ ਪੁੱਤਰ ਦੇ ਪ੍ਰਤੀ ਪ੍ਰੀਤ ਵੀ ਹੈ, ਪਿਆਰ ਵੀ ਹੈ ਤੇ ਆਪਣੇ ਪੁੱਤਰ ਦੇ ਪ੍ਰਤੀ ਮਨ ਦੇ ਵਿੱਚ ਚਿੰਤਾ ਵੀ ਹੈ ਕਿ ਸੋਚਦੇ ਨੇ, ਦੁਨਿਆਵੀ ਪੱਖ ਤੋਂ ਸੋਚਦੇ ਨੇ ਵੀ ਸਾਡਾ ਪੁੱਤਰ ਕੋਈ ਕੰਮ ਕਾਜ ਨਹੀਂ ਕਰਦਾ, ਕੋਈ ਧਨ ਦੀ ਖੱਟੀ ਨਹੀਂ ਕਰਦਾ, ਧਨ ਕਮਾਉਣ ਦਾ ਕੋਈ ਵੀ ਯਤਨ ਨਹੀਂ ਕਰਦਾ। ਹੁਣ ਹਰੇਕ ਮਾਂ-ਬਾਪ ਦੇ ਮਨ ਦੀ ਇੱਛਾ ਹੁੰਦੀ ਵੀ ਸਾਡਾ ਪੁੱਤਰ ਧੀ ਪੁੱਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਜਾਂ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਇੰਨਾ ਕੁ ਹੋ ਜਾਵੇ ਕਿ ਉਹ ਉਸ ਦੇ ਘਰ ਦਾ ਗੁਜ਼ਾਰਾ ਤੇ ਉਸ ਦੀਆਂ ਨਿੱਜੀ ਜ਼ਰੂਰਤਾਂ ਜਿੰਨੀਆਂ ਵੀ ਨੇ ਉਹ ਸੌਖੇ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਪੂਰੀਆਂ ਕਰ ਸਕੇ। ਹੁਣ ਮਨ ਦੇ ਵਿੱਚ ਪਿਆਰ ਭਾਵਨਾ ਵੀ ਹੈ, ਇਸ ਬਾਬਤ ਚਿੰਤਾ ਵੀ ਹੈ ਵੀ ਸਾਡਾ ਪੁੱਤਰ ਕੋਈ ਕੰਮ ਨਹੀਂ ਕਰ ਰਿਹਾ। ਤੇ ਹੁਣ ਪਿਆਰ ਅਤੇ ਚਿੰਤਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਇਸੇ ਤਰ੍ਹਾਂ ਦੋਨਾਂ ਭਾਵਨਾਵਾਂ ਦੀ ਮਿਲੀ ਹੋਈ ਬੋਲੀ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਸਮਝਾਉਣਾ ਕਰਦੇ ਨੇ ਤੇ ਰੀਤੀ ਤੇ ਅਨੀਤੀ ਪਹਿਚਾਣ ਕੇ ਕਿਹਾ ਵੀ ਕੀ ਚੰਗਾ ਹੈ ਕੀ ਮਾੜਾ ਹੈ, ਉਹਦੀ ਵਿਚਾਰ ਕਰਕੇ ਮਹਿਤਾ ਕਾਲੂ ਜੀ ਹੁਣ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ। ਸੁਤ ਨਾਨਕ ਤੂੰ ਏਕ ਹਮਾਰੇ, ਨਹਿ ਦੂਸਰ ਜੋ ਕਾਜ ਸੰਭਾਲੇ। ਕਹਿੰਦੇ ਹੇ ਨਾਨਕ ਜੀ ਤੁਸੀਂ ਸਾਡੇ ਇੱਕ ਪੁੱਤਰ ਹੋ। ਹਾਲਾਂਕਿ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਭੈਣ ਜੀ ਵੀ ਨੇ, ਪਰ ਇੱਥੇ ਮਹਿਤਾ ਕਾਲੂ ਜੀ ਦੇ ਕਹਿਣ ਦਾ ਭਾਵ ਇਹ ਹੈ ਵੀ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਸਮਝਾਉਣਾ ਕਰਦੇ ਨੇ ਕਿ ਸਾਡੀ ਧੀ ਰਾਣੀ ਨੇ ਤਾਂ ਵਿਆਹ ਹੋ ਕੇ ਦੂਜੇ ਘਰ ਚਲੇ ਜਾਣਾ ਤੇ ਪਰ ਸਾਡੇ ਜਿਹੜੇ ਘਰ ਦਾ ਸਾਰਾ ਕੰਮ ਕਾਜ ਹੈ ਉਹ ਸਾਡੇ ਪੁੱਤਰ ਨੇ ਹੀ ਸੰਭਾਲਣਾ। ਤੇ ਫਿਰ ਮਹਿਤਾ ਕਾਲੂ ਜੀ ਆਖਦੇ ਨੇ ਕਿ ਹੇ ਪੁੱਤਰ ਜੀ ਤੁਸੀਂ ਸਾਡੇ ਇੱਕੋ ਇੱਕ ਪੁੱਤਰ ਹੋ। ਨਹਿ ਦੂਸਰ ਜੋ ਕਾਜ ਸੰਭਾਲੇ, ਕੋਈ ਹੋਰ ਦੂਸਰਾ ਸਾਡੇ ਘਰ ਦੇ ਵਿੱਚ ਇਹੋ ਜਿਹਾ ਨਹੀਂ ਜਿਹੜਾ ਸਾਡੇ ਘਰ ਦੇ ਸਾਰੇ ਕੰਮ ਕਾਜ ਨੂੰ ਸੰਭਾਲੇ। ਤੁਮ ਨੈ ਤਜ ਦੀਨੋ ਅਸਰੀ ਤੂ, ਜਿਉ ਵਿਰਾਗ ਦਿੜ ਹੋਤ ਅਤੀ ਤੂ। ਤੇ ਕਹਿੰਦੇ ਪਰ ਤੁਸੀਂ ਸਾਰਾ ਘਰ ਦਾ ਕੰਮ ਕਾਜ ਛੱਡ ਕੇ ਫਕੀਰੀ ਵਾਲਾ ਲਿਬਾਸ ਧਾਰਨ ਕੀਤਾ, ਫਕੀਰਾਂ ਵਾਲਾ ਸੁਭਾਅ ਜਿਹੜਾ ਹੈ ਉਹ ਧਾਰਨ ਕੀਤਾ। ਇੰਜ ਪ੍ਰਤੀਤ ਹੋ ਰਿਹਾ ਵੀ ਜਿਵੇਂ ਤੁਸੀਂ ਕੋਈ ਪੱਕੇ ਫਕੀਰ ਹੋਵੋ। ਕਹੋ ਗ੍ਰਸਤ ਸਿਉ ਕਿਉ ਬਨ ਆਵੈ, ਨਿਸ ਬਾਸੁਰ ਬਿਨ ਕਾਮ ਬਿਤਾਵੈ। ਕਹਿੰਦੇ ਕਿਸੇ ਕੰਮ ਦੇ ਵਿੱਚ ਗ੍ਰਸਣ ਤੋਂ ਬਗੈਰ, ਕਿਸੇ ਕੰਮ ਨੂੰ ਚਿੱਤ ਲਗਾ ਕੇ ਕਰਨ ਤੋਂ ਬਗੈਰ, ਕਿਸੇ ਕੰਮ ਨੂੰ ਕੀਤੇ ਬਿਨਾ ਭਾਈ ਦੱਸੋ ਤੁਹਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਹ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ।
ਮੁਝ ਜੀਵਤ ਜੇ ਲੇਤ ਸੰਭਾਲੀ, ਹੋ ਜਾਣਤ ਸੁਤ ਹੈ ਸੁਖਕਾਰੀ। ਤੇ ਮਹਿਤਾ ਕਾਲੂ ਜੀ ਫਿਰ ਆਖਦੇ ਨੇ ਵੀ ਭਾਈ ਵੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਵੀ ਕੰਮ ਕਾਜ ਕਰਨਾ ਹੈ ਨਾ, ਜਦੋਂ ਤੱਕ ਮਨੁੱਖ ਜੀਵਨ ਦੇ ਵਿੱਚ ਕੋਈ ਵੀ ਆਪਣਾ ਰੁਜ਼ਗਾਰ ਕਰਦਾ ਹੈ ਜਾਂ ਕੋਈ ਵੀ ਕੰਮ ਕਾਜ ਕਰਦਾ ਹੈ, ਜਦੋਂ ਤਾਂ ਉਸ ਕੰਮ ਕਾਜ ਨੂੰ ਉਹ ਪੂਰਾ ਮਨ ਲਗਾ ਕੇ ਕਰਦਾ ਹੈ, ਖੁਸ਼ੀ ਨਾਲ ਕਰਦਾ ਹੈ, ਤਾਂ ਉਸ ਦਾ ਮਨ ਚੰਗੇ ਤਰੀਕੇ ਦੇ ਨਾਲ ਉਹ ਕੰਮ ਕਰਦੇ ਕਰਦੇ ਵੀ ਖੁਸ਼ ਹੈ। ਪਰ ਜੇਕਰ ਕਿਤੇ ਕੰਮ ਕਰਦੇ ਕਰਦੇ ਉਹ ਕੰਮ ਤੋਂ ਅੱਕ ਜਾਵੇ ਤਾਂ ਉਹਦਾ ਮਨ ਕੰਮ ਕਰਨ ਨੂੰ ਨਹੀਂ ਕਰਦਾ। ਤੇ ਇੱਥੇ ਮਹਿਤਾ ਕਾਲੂ ਜੀ ਪਹਿਲਾਂ ਇਹ ਗੁਣ ਭਰਦੇ ਨੇ ਵੀ ਭਾਈ ਜਿਹੜਾ ਵੀ ਕੰਮ ਕਰਨਾ ਨਾ, ਆਪਣੇ ਮਨ ਦੇ ਵਿੱਚ ਉਸ ਕੰਮ ਦੇ ਪ੍ਰਤੀ ਇਮਾਨਦਾਰੀ ਦਿਖਾਣੀ ਪਵੇਗੀ, ਵਫਾਦਾਰੀ ਦਿਖਾਣੀ ਪਵੇਗੀ। ਡੰਗ ਸਾੜਨ ਦੇ ਲਈ ਕੋਈ ਕੰਮ ਨਹੀਂ ਕਰਨਾ, ਪੱਕੇ ਤੌਰ ਦੇ ਉੱਤੇ ਟਿਕ ਕੇ ਮਨ ਬਣਾ ਕੇ ਪਹਿਲਾਂ ਉਸ ਕੰਮ ਦੀ ਰੀਤ ਨੂੰ ਸਮਝਣਾ ਵੀ ਭਾਈ ਇਹ ਕੰਮ ਕੀਤਾ ਕਿਸ ਤਰ੍ਹਾਂ ਜਾ ਸਕਦਾ, ਉਸ ਦਾ ਗਿਆਨ ਹਾਸਲ ਕਰਨਾ। ਵੀ ਕਹਿੰਦੇ ਦਿਨ ਰਾਤ ਕੰਮ ਕਰਨ ਤੋਂ ਬਗੈਰ ਤੁਸੀਂ ਬਤੀਤ ਕਰ ਰਹੇ ਹੋ, ਤੇ ਨਾਲ ਹੀ ਨਾਲ ਫਿਰ ਆਖਦੇ ਨੇ ਮੁਝ ਜੀਵਤ ਜੇ ਲੇਤ ਸੰਭਾਲੀ। ਕਹਿੰਦੇ ਜੇ ਮੇਰੇ ਜਿਉਂਦੇ ਜੀ ਤੁਸੀਂ ਸਾਰਾ ਕੰਮ ਕਾਜ, ਘਰ ਦਾ ਕੰਮਕਾਰ ਸੰਭਾਲ ਲਵੋਗੇ, ਹੋ ਜਾਣਤ ਸੁਤ ਹੋਇ ਸੁਖਕਾਰੀ, ਤਾਂ ਕਹਿੰਦੇ ਮੈਂ ਸਮਝਾਂਗਾ ਕਿ ਮੇਰਾ ਪੁੱਤ ਬੜਾ ਹੀ ਸੁਖਕਾਰੀ ਹੈ। ਭਾਵ ਉਹ ਬੜੇ ਹੀ ਸੁਖ ਭੋਗੇਗਾ, ਮੇਰੇ ਬਾਅਦ ਵੀ ਉਹਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਚੇਤੇ ਰੱਖਣਾ, ਸਾਡੇ ਜੀਵਨ ਦੇ ਵਿੱਚ ਇੱਕ ਮਾਂ-ਬਾਪ ਹੀ ਇਹੋ ਜਿਹੇ ਸ਼ਖਸ ਹੁੰਦੇ ਨੇ ਜਿਹੜੇ ਇਹ ਚਾਹੁੰਦੇ ਨੇ ਵੀ ਸਾਡੇ ਧੀ ਪੁੱਤਰ ਸਾਡੇ ਨਾਲ ਵੱਧ ਤਰੱਕੀ ਕਰਨ। ਦੁਨੀਆ ਦੇ ਉੱਤੇ ਹੋਰ ਕੋਈ ਵੀ ਰਿਸ਼ਤਾ ਇਹੋ ਜਿਹਾ ਨਹੀਂ ਜਿਹੋ ਜਿਹਾ ਰਿਸ਼ਤਾ ਮਾਂ-ਬਾਪ ਆਪਣੇ ਔਲਾਦ ਦੇ ਨਾਲ ਨਿਭਾਉਂਦੇ ਨੇ। ਪਰ ਫਰਕ ਸਿਰਫ ਇੰਨਾ ਹੈ ਵੀ ਅਸੀਂ ਉਹਨਾਂ ਦੀ ਸੋਚ ਦੇ ਅਨੁਸਾਰ ਸੋਚ ਨਹੀਂ ਸਕਦੇ। ਸਾਨੂੰ ਕਈ ਵਾਰੀ ਉਹਨਾਂ ਦੇ ਕੀਤੇ ਹੋਏ ਫੈਸਲੇ ਗਲਤ ਲੱਗਦੇ ਨੇ, ਪਰ ਸਮਾਂ ਪੈਣ ਤੇ ਜਦੋਂ ਉਹ ਅਵਸਥਾ ਤੇ ਅਸੀਂ ਪਹੁੰਚਦੇ ਹਾਂ, ਫਿਰ ਸਾਨੂੰ ਇਸ ਗੱਲ ਦੀ ਸੁਭਾਵਿਕ ਹੀ ਸੋਝੀ ਪੈ ਜਾਂਦੀ ਵੀ ਭਾਈ ਨਹੀਂ, ਉਹਨਾਂ ਭਲਿਆਂ ਵੇਲਿਆਂ ਦੇ ਵਿੱਚ ਜਦੋਂ ਸਾਡੇ ਮਾਂ-ਬਾਪ ਨੇ ਸਾਨੂੰ ਸਮਝਾਉਣਾ ਕੀਤਾ ਸੀ ਨਾ, ਸਾਰਾ ਕੁਝ ਸਹੀ ਸਮਝਾਉਂਦੇ ਸੀ। ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਜਿਹੜਾ ਆਉਣ ਵਾਲਾ ਸਮਾਂ ਹੈ, ਭਵਿੱਖ ਦੇ ਬਾਬਤ ਸੋਚਦੇ ਹੋਏ ਆਖਦੇ ਨੇ ਵੀ ਹੇ ਭਲਿਆ ਪੁੱਤਰਾ, ਜੇਕਰ ਤੁਸੀਂ ਮੇਰੇ ਹੁੰਦੇ ਆਪਣੀ ਸਾਰੀ ਘਰ ਦੀ ਕੰਮ ਕਾਜ ਦੀ ਜ਼ਿੰਮੇਵਾਰੀ ਸੰਭਾਲ ਲਵੋਗੇ, ਤਾਂ ਆਉਣ ਵਾਲਾ ਜੀਵਨ ਤੁਹਾਡਾ ਸੁੱਖਾਂ ਭਰਿਆ ਬਤੀਤ ਹੋਵੇਗਾ। ਤੁਧ ਜਨਮਤ ਮਨ ਭਾ ਪਰਵਾਸਾ, ਨਾਨਕ ਕਰਹਿ ਨਾਮ ਪ੍ਰਕਾਸ਼ਾ। ਤੇ ਕਹਿੰਦੇ ਜਦੋਂ ਤੁਹਾਡਾ ਸਾਡੇ ਘਰ ਦੇ ਵਿੱਚ ਜਨਮ ਹੋਇਆ ਸੀ ਨਾ, ਕਹਿੰਦੇ ਅਸੀਂ ਬੜੀ ਬੰਦਗੀ ਭਗਤੀ ਕੀਤੀ ਸੀ। ਅਸੀਂ ਉਹ ਪ੍ਰਸੰਗ ਵੀ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਤੋਂ ਪਹਿਲਾਂ ਕਿਵੇਂ ਮਹਿਤਾ ਕਾਲੂ ਜੀ ਉਸ ਪਰਮਾਤਮਾ ਦੀ ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ। ਤੇ ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ ਆਖਦੇ ਨੇ ਕਿ ਜਦੋਂ ਤੁਹਾਡਾ ਜਨਮ ਹੋਣਾ ਸੀ ਨਾ ਸਾਡੇ ਘਰ ਦੇ ਵਿੱਚ, ਅਸੀਂ ਬੜੀਆਂ ਅਰਜ਼ੋਈਆਂ ਕੀਤੀਆਂ ਸੀ, ਬੜੀਆਂ ਬੇਨਤੀਆਂ ਕੀਤੀਆਂ ਸੀ ਵੀ ਸਾਡੇ ਘਰ ਦੇ ਵਿੱਚ ਇੱਕ ਚੰਗਾ ਲਾਇਕ ਜੀਵ ਆਵੇ। ਤੇ ਪਰਮਾਤਮਾ ਨੇ ਕਹਿੰਦੇ ਸਾਡੀ ਪੁਕਾਰ ਸੁਣੀ ਵੀ, ਤੁਹਾਨੂੰ ਸਾਡੇ ਘਰ ਦੇ ਵਿੱਚ ਭੇਜਿਆ, ਅਵਤਾਰ ਹੋਇਆ। ਤੇ ਪਰ ਕਹਿੰਦੇ ਜਦੋਂ ਤੁਸੀਂ ਜੰਮੇ ਸੀ ਨਾ, ਤਾਂ ਮੇਰੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਸੀ ਵੀ ਇਹ ਨਾਨਕ ਨਾਮ ਦਾ ਪੁੱਤਰ ਸਾਡਾ ਨਾਮ ਰੋਸ਼ਨ ਕਰੇਗਾ। ਦਰਬ ਕਮਾਵਨ ਮੈਂ ਜਸ ਮੇਰੋ, ਜਾਣੇ ਸਭ ਪੁਰ ਮਾਹੇ ਕਨੇਰੋ। ਤੇ ਕਹਿੰਦੇ ਧਨ ਕਮਾਉਣ ਦੇ ਵਿੱਚ ਮੇਰਾ ਬੜਾ ਜਸ ਹੈ, ਤੇ ਸਾਰੇ ਨਗਰ ਵਾਲੇ ਕਹਿੰਦੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਹੁਣ ਆਮ ਤੌਰ ਦੇ ਉੱਤੇ ਨਾ ਜਿਹੜੇ ਮਨੁੱਖ ਦੀ ਸਰਕਾਰੀ ਦਰਬਾਰੇ ਜ਼ਿਆਦਾ ਪਹੁੰਚ ਹੋਵੇ, ਜਿਹਨੂੰ ਸਰਕਾਰੀ ਦਰਬਾਰੇ ਜ਼ਿਆਦਾ ਪੁੱਛਗਿੱਛ ਹੋਵੇ, ਜਿਨ੍ਹਾਂ ਦਾ ਮੰਤਰੀਆਂ ਦੇ ਨਾਲ ਜਾਂ ਹੋਰ ਉੱਚੇ ਅਹੁਦੇ ਵਾਲਿਆਂ ਦੇ ਨਾਲ ਜਿਹਦਾ ਜ਼ਿਆਦਾ ਮਿਲਣ ਗਿਲਣ ਹੋਵੇ ਨਾ, ਆਮ ਤੌਰ ਦੇ ਉੱਤੇ ਜੇਕਰ ਕੋਈ ਆਮ ਮਨੁੱਖ ਉਹਨਾਂ ਨਹੀਂ ਵੀ ਰਿਸ਼ਤਾ ਰੱਖਣਾ ਚਾਹੁੰਦਾ, ਪਰ ਉਹਨੂੰ ਆਪਣੇ ਕੰਮਾਂ ਕਾਜਾਂ ਦੇ ਲਈ ਉਹਦੇ ਨਾਲ ਬੋਲਬਾਣੀ ਰੱਖਣੀ ਪੈਂਦੀ ਹੈ, ਉਹਦੇ ਨਾਲ ਕੁਝ ਨਾ ਕੁਝ ਬੋਲ ਚਾਲ ਰੱਖਣੀ ਪੈਂਦੀ ਵੀ ਭਾਈ ਕੋਈ ਨਹੀਂ, ਕਿਤੇ ਔਖਾ ਵੇਲਾ ਕਿਤੇ ਆ ਵੀ ਗਿਆ ਤਾਂ ਚਲੋ ਇਹਦੀ ਆਪਾਂ ਸਹਾਇਤਾ ਲਵਾਂਗੇ। ਹੁਣ ਮਹਿਤਾ ਕਾਲੂ ਜੀ ਰਾਏ ਬੁਲਾਰ ਦੇ ਪਾਸ ਨੌਕਰੀ ਕਰਦੇ ਨੇ। ਨਗਰ ਦੇ ਲੋਕ ਜਦੋਂ ਕਿਤੇ ਵੀ ਦੁੱਖ ਸੁੱਖ ਦਾ ਵੇਲਾ ਆਉਂਦਾ ਹੋਵੇਗਾ ਤਾਂ ਸੁਭਾਵਿਕ ਹੀ ਮਹਿਤਾ ਕਾਲੂ ਜੀ ਦੀ ਵੀ ਮਦਦ ਲੈਂਦੇ ਹੋਣਗੇ ਵੀ ਭਾਈ ਸਾਡੀ ਰਾਏ ਬੁਲਾਰ ਦੇ ਨਾਲ ਕਿਸੇ ਤਰੀਕੇ ਦੇ ਨਾਲ ਗੱਲਬਾਤ ਕਰ ਦਿਓ, ਸਾਡਾ ਦੁੱਖ ਸੁੱਖ ਉਸ ਤੱਕ ਪਹੁੰਚਾ ਦਿਓ। ਇਸ ਕਰਕੇ ਹੁਣ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਵੀ ਦੁਨੀਆ ਦੇ ਲੋਕ, ਨਗਰ ਦੇ ਲੋਕ ਮੇਰਾ ਜਸ ਗਾਉਂਦੇ ਨੇ, ਇਹਨਾਂ ਦੇ ਵਿੱਚ ਮੇਰੀ ਜਾਣ ਪਹਿਚਾਣ ਹੈ, ਸਾਰੇ ਮੇਰੇ ਦੇ ਨਾਲ ਮਿਲਣੀ ਵਰਤੀ ਰੱਖਦੇ ਨੇ, ਤੇ ਇਸ ਕਰਕੇ ਸਾਰੇ ਲੋਕ ਮੇਰੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਨੇ।
जिम रंका को इंद निहारी, देख सराहे सब नर नारी। ਤੇ ਕਹਿੰਦੇ ਜਿਵੇਂ ਪੂਰਨਮਾਸ਼ੀ ਦੇ ਚੰਦ ਨੂੰ, ਪੂਰਨਮਾਸ਼ੀ ਦੇ ਵਿੱਚ ਹੁਣ ਜਦੋਂ ਚੰਦਰਮਾ ਚੜ੍ਹਦਾ ਹੈ ਨਾ, ਕਹਿੰਦੇ ਪੂਰਨਮਾਸ਼ੀ ਦੇ ਚੰਦ ਨੂੰ ਦੇਖ ਕੇ ਸਾਰੇ ਮਰਦ ਇਸਤਰੀਆਂ ਕਹਿੰਦੇ ਸਾਰੇ ਦੇਖ ਕੇ ਉਹਦੀ ਸ਼ਲਾਘਾ ਕਰਦੇ ਨੇ। ਉਸ ਪੂਰਨਮਾਸ਼ੀ ਦੇ ਚੰਦ ਨੂੰ ਸਾਰੇ ਸਲਾਉਂਦੇ ਨੇ ਤੇ ਫਿਰ ਆਖਦੇ ਨੇ ਰਾਹ ਸਰਸ ਤੂੰ ਭਾਗ ਕਰ ਮਾਹੀ, ਸਭ ਬਿੰਦ ਬੰਦ ਕਰਤ ਪਾਤਾਹੀ। ਕਹਿੰਦੇ ਦੁਨੀਆ ਦੇ ਲੋਕ ਪੂਰਨਮਾਸ਼ੀ ਦੇ ਚੰਦ ਨੂੰ ਸਲਾਉਂਦੇ ਨੇ। ਤੇ ਹੁਣ ਇੱਥੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਸਮਝਾਉਂਦੇ ਹੋਏ ਆਖਦੇ ਨੇ ਕਿ ਦੁਨੀਆ ਦੇ ਲੋਕ ਤੈਨੂੰ ਚੰਦ ਕਰਕੇ ਜਾਣਦੇ ਨੇ ਵੀ ਭਾਈ ਵੀ ਇਹ ਪੂਰਨਮਾਸ਼ੀ ਦੇ ਚੰਦ ਵਰਗਾ ਹੈ ਇਹਨਾਂ ਦਾ ਪੁੱਤਰ। ਜਦੋਂ ਵੀ ਅਸੀਂ ਇਹਨੂੰ ਦੇਖਦੇ ਹਾਂ ਸਾਡੇ ਜੀਵਨ ਦੇ ਵਿੱਚ, ਸਾਡੇ ਮਨ ਦੇ ਵਿੱਚ ਠੰਡਕ ਆਉਂਦੀ, ਸਾਡੇ ਮਨ ਦੇ ਵਿੱਚ ਟਿਕਾ ਆਉਂਦਾ। ਪਰ ਕਹਿੰਦੇ ਮੇਰੇ ਪੱਖ ਤੋਂ ਜਦੋਂ ਮੈਂ ਦੇਖਦਾ ਤਾਂ ਮੈਨੂੰ ਇਹ ਲੱਗਦਾ ਵੀ ਇਹ ਮੇਰਾ ਪੁੱਤਰ ਜਿਵੇਂ ਕਿਸੇ ਚੰਦਰਮਾ ਨੂੰ ਰਾਹੂ ਦਾ ਜਿਹੜਾ ਉਹ ਲੱਗਾ ਹੋਵੇ ਨਾ, ਗ੍ਰਹਿ ਲੱਗਾ ਹੋਵੇ। ਆਮ ਤੌਰ ਦੇ ਉੱਤੇ ਕਹਿ ਦਿੰਦੇ ਵੀ ਚੰਦਰਮਾ ਨੂੰ ਗ੍ਰਹਿ ਲੱਗਾ। ਕਹਿੰਦੇ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਮੇਰੇ ਘਰ ਦੇ ਵਿੱਚ ਨੁਕਸਾਨ ਕੀਤਾ, ਮੇਰੇ ਪੱਖ ਤੋਂ ਤਾਂ ਇਹੀ ਲੱਗਦਾ ਵੀ ਭਾਈ ਕਿਤੇ ਚੰਦ ਨੂੰ ਗ੍ਰਹਿਣ ਲੱਗਾ ਹੋਇਆ। ਪਰ ਕਹਿੰਦੇ ਤੁਸੀਂ ਸਭ ਤਰ੍ਹਾਂ ਦੇ ਨਾਲ ਮੰਦੇ ਕੰਮ ਹੀ ਕਰ ਰਹੇ ਹੋ। ਹੁਣ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਸੁਰਤ ਦੇ ਅਨੁਸਾਰ ਦੇਖਦੇ ਨੇ ਨਾ, ਮਹਿਤਾ ਕਾਲੂ ਜੀ ਆਪਣੇ ਵਿਚਾਰਧਾਰਾ ਦੇ ਨਾਲ ਦੇਖਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰਾ ਪੁੱਤਰ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਹੁਣ ਜਦੋਂ ਅਸੀਂ ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਦੇਖਦੇ ਆ ਨਾ, ਮਾਂ-ਬਾਪ ਆਪਣੇ ਧੀ ਪੁੱਤ ਨੂੰ ਝਿੜਕਦਾ ਹੈ ਤੇ ਸਿਆਣੇ ਕਹਿੰਦੇ ਨੇ ਵੀ ਮਾਂ-ਬਾਪ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ। ਵੀ ਭਾਈ ਜੇਕਰ ਮਾਂ-ਬਾਪ ਝਿੜਕਦਾ ਵੀ ਹੈ ਨਾ, ਮਾਂ-ਬਾਪ ਕਿਤੇ ਬੋਲ ਕਬੋਲ ਬੋਲ ਵੀ ਦਿੰਦਾ ਤੇ ਕਹਿੰਦੇ ਉਸ ਦੇ ਵਿੱਚ ਵੀ ਕੁਝ ਚੰਗਿਆਈ ਵਾਲਾ ਤੱਤ ਹੁੰਦਾ। ਮਾਂ-ਬਾਪ ਦੇ ਬੋਲਾਂ ਦੇ ਮਗਰ ਅਸੀਂ ਭਾਵਨਾ ਨੂੰ ਸਮਝੀਏ ਵੀ ਭਾਈ ਉਹਨਾਂ ਦੀ ਭਾਵਨਾ ਕੀ ਕੰਮ ਕਰ ਰਹੀ ਹੈ। ਅਸੀਂ ਉਸ ਜਦੋਂ ਭਾਵਨਾ ਨੂੰ ਮਹਿਸੂਸ ਕਰਾਂਗੇ ਤਾਂ ਉਹਨਾਂ ਦਾ ਬੋਲ ਕਬੋਲ ਵੀ ਸਾਨੂੰ ਮਾੜਾ ਨਹੀਂ ਲੱਗੇਗਾ, ਅਸੀਂ ਉਸ ਪੱਖ ਨੂੰ ਵੀ ਸਮਝਾਂਗੇ। ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਕੁਝ ਬੋਲਦੇ ਨਹੀਂ, ਆਪਣੇ ਪਿਤਾ ਜੀ ਦਾ ਜੋ ਵੀ ਉਹ ਆਖਦੇ ਨੇ ਉਹ ਚੁੱਪ ਕਰਕੇ ਇਕਾਗਰਚਿਤ ਹੋ ਕੇ ਸਾਰਾ ਕੁਝ ਸੁਣਦੇ ਨੇ। ਏਕ ਨਾ ਮਤ ਮਨ ਬਣਜ ਕਰਨ ਕੀ, ਬਹੁਰ ਨਾ ਖੱਤਰੀ ਰੀਤ ਬਰਨ ਕੀ। ਤੇ ਕਹਿੰਦੇ ਤੁਹਾਨੂੰ ਤਾਂ ਵਪਾਰ ਕਰਨ ਬਾਰੇ ਵੀ ਨਹੀਂ ਪਤਾ। ਹੁਣ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਆਖਦੇ ਨੇ, ਕਹਿੰਦੇ ਤੁਹਾਨੂੰ ਵਪਾਰ ਕਰਨ ਦੇ ਬਾਰੇ ਵੀ ਨਹੀਂ ਪਤਾ ਤੇ ਕਹਿੰਦੇ ਤੁਸੀਂ ਖੱਤਰੀਆਂ ਦੀ ਰੀਤ ਨੂੰ ਵੀ ਨਹੀਂ ਸਮਝਦੇ। ਹੁਣ ਖੱਤਰੀਆਂ ਦਾ ਜਿਹੜਾ ਧਰਮ ਸੀ ਨਾ, ਉਹ ਆਮ ਤੌਰ ਦੇ ਉੱਤੇ ਇਹੋ ਜਿਹੀ ਵਰਨ ਵੰਡ ਕੀਤੀ ਹੋਈ ਸੀ। ਜਿਹੜੇ ਮਨੂ ਸਮ੍ਰਿਤੀਆਂ ਨੂੰ ਵੀ ਅਸੀਂ ਜੇਕਰ ਪੜ੍ਹਨ ਦਾ ਯਤਨ ਕਰੀਏ ਜਾਂ ਉਹਨਾਂ ਹਾਲਾਤਾਂ ਨੂੰ ਦੇਖੀਏ ਤਾਂ ਜਿਹੜੀ ਵਰਨ ਵੰਡ ਕੀਤੀ ਹੋਈ ਸੀ ਨਾ ਸਮਾਜ ਦੀ, ਉਹ ਬੜੀ ਚਲਾਕੀ ਦੇ ਨਾਲ ਦਿਮਾਗ ਤੋਂ ਕੰਮ ਲੈ ਕੇ ਵਰਨ ਵੰਡ ਕੀਤੀ ਹੋਈ ਸੀ। ਹੁਣ ਜਦੋਂ ਅਸੀਂ ਉੱਚੇ ਤਬਕੇ ਦੀ ਗੱਲ ਕਰ ਲਈਏ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਇਹਨਾਂ 4 ਵਰਨਾਂ ਦੀ ਗੱਲ ਕੀਤੀ ਜਾਂਦੀ। ਹੁਣ ਬ੍ਰਾਹਮਣ ਇੱਕ ਤੌਰ ਦੇ ਉੱਤੇ ਇਹ ਰੱਖਿਆ ਜਾਂਦਾ ਸੀ ਵੀ ਭਾਈ ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਹੀ ਬ੍ਰਾਹਮਣ ਹੋ ਸਕਦਾ, ਕੋਈ ਖੱਤਰੀ ਬ੍ਰਾਹਮਣ ਨਹੀਂ ਬਣ ਸਕਦਾ। ਬ੍ਰਾਹਮਣ ਨੂੰ ਇਹੀ ਅਧਿਕਾਰ ਸੀ ਵੀ ਵਿੱਦਿਆ ਪੜ੍ਹਨੀ ਤੇ ਸੁਣਾਉਣੀ, ਆਪ ਹੀ ਗਿਆਨ ਜਿਹੜਾ ਵੇਦਾਂ ਦਾ ਸੀ ਆਪਣੇ ਕੋਲ ਰੱਖਣਾ, ਕਿਸੇ ਨੂੰ ਗਿਆਨ ਨਹੀਂ ਦੇਣਾ। ਹਾਂ ਅਸੀਂ ਉਸ ਦੀ ਵਿਚਾਰ ਦੇ ਨਾਲ ਉਹਦਾ ਵਿਸਥਾਰ ਕਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਪਰ ਕਿਸੇ ਨੂੰ ਉਹ ਜਿਹੜਾ ਉਹਦਾ ਇਲਮ ਸੀ ਉਹ ਨਹੀਂ ਦਿੰਦੇ ਸੀ, ਗਿਆਨ ਨਹੀਂ ਦਿੰਦੇ ਸੀ। ਪਰ ਉਹਨਾਂ ਨੇ ਚਲਾਕੀ ਦੇ ਨਾਲ ਇਹ ਵੀ ਦੇਖਿਆ ਵੀ ਭਾਈ ਅਸੀਂ ਤਾਂ ਬੰਦਗੀ ਕਰਨ ਵਾਲੇ, ਰੱਬ ਦਾ ਨਾਮ ਲੈਣ ਵਾਲੇ ਹਾਂ, ਜੇ ਕਿਤੇ ਸਾਡੇ ਉੱਤੇ ਕੋਈ ਵਿਪਤਾ ਆ ਗਈ ਤਾਂ ਅਸੀਂ ਉਸ ਦਾ ਸਰੀਰਕ ਪੱਖ ਤੋਂ ਕਿਸ ਤਰ੍ਹਾਂ ਟਾਕਰਾ ਕਰ ਸਕਦੇ। ਤਾਂ ਉਹਨੀ ਚਲਾਕੀ ਦੇ ਨਾਲ ਖੱਤਰੀਆਂ ਨੂੰ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਸੀ ਵੀ ਜਦੋਂ ਕਿਤੇ ਧਰਮ ਸੰਕਟ ਆਵੇ ਤਾਂ ਇਹਨਾਂ ਖੱਤਰੀਆਂ ਦੇ ਜਿੰਮੇ ਜਿਹੜਾ ਧਰਮ ਹੈ ਇਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬਲਗਲਾ ਕੇ ਆਪਣੀ ਰਾਖੀ ਕਰਵਾ ਲਵਾਂਗੇ। ਖੱਤਰੀਆਂ ਦਾ ਧਰਮ ਸੀ ਜੰਗਾਂ ਯੁੱਧਾਂ ਦੇ ਸਮੇਂ ਸਮਾਜ ਦੇ ਲੋਕਾਂ ਦੀ ਰੱਖਿਆ ਕਰਨੀ। ਉਹਨੂੰ ਛਤਰੀ ਧਰਮ ਕਹਿ ਦਿੱਤਾ ਜਾਂਦਾ ਵੀ ਜਿਹੜੇ ਆਮ ਤੌਰ ਦੇ ਉੱਤੇ ਸ਼ਸਤਰਧਾਰੀ ਹੋਣ। ਤੇ ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਆਖਦੇ ਨੇ, ਕਹਿੰਦੇ ਤੁਹਾਨੂੰ ਵਪਾਰ ਕਰਨ ਦਾ ਵੀ ਨਹੀਂ ਪਤਾ ਤੇ ਤੁਸੀਂ ਖੱਤਰੀਆਂ ਵਾਲੀ ਰੀਤ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ। ਹਾਰਿਓ ਅਣਕ ਵਿਦਨ ਮਤ ਦੇ ਤੂੰ, ਕਭੇ ਕਮਾਏ ਨਾ ਲਿਆਏ ਨਕੇਤੂ। ਕਹਿੰਦੇ ਤੁਸੀਂ ਹੁਣ ਇੱਥੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਆਖਦੇ ਨੇ ਵੀ ਤੁਹਾਨੂੰ ਇੱਕ ਵਾਰੀ ਪੜ੍ਹਨ ਦੇ ਲਈ ਵੀ ਭੇਜਿਆ ਸੀ, ਪਾਂਦੇ ਕੋਲ ਵੀ ਪੜ੍ਹਨ ਲਈ ਭੇਜਿਆ, ਮੌਲਵੀ ਕੋਲ ਵੀ ਪੜ੍ਹਨ ਨੂੰ ਭੇਜਿਆ। ਜਦ ਤੁਹਾਡੇ ਜਨੇਊ ਪਹਿਨਾਉਣ ਦੀ ਜਦੋਂ ਰਸਮ ਅਦਾ ਕੀਤੀ ਗਈ ਤਾਂ ਪੰਡਿਤ ਹਰਦਿਆਲ ਜੀ ਵੀ ਘਰ ਦੇ ਵਿੱਚ ਆਏ। ਕੁਝ ਸਮਾਂ ਹੀ ਬੀਤਿਆ, ਤੁਹਾਡੇ ਕੋਲ ਇੱਕ ਵੈਦ ਵੀ ਆਇਆ ਹਰੀਦਾਸ, ਤੇ ਕਹਿੰਦੇ ਤੁਸੀਂ ਇਹਨਾਂ ਸਾਰਿਆਂ ਨੂੰ ਤਾਂ ਬੜੀ ਚੰਗੀ ਤਰੀਕੇ ਦੇ ਨਾਲ ਸਿੱਖਿਆ ਦਿੱਤੀ, ਸਾਰਿਆਂ ਨੂੰ ਤਾਂ ਬੜਾ ਗਿਆਨ ਦਿੰਦੇ ਹੋ, ਤੇ ਪਰ ਕਹਿੰਦੇ ਜਦੋਂ ਤੁਸੀਂ ਆਪਣੇ ਜੀਵਨ ਦੀ ਜੇਕਰ ਤੁਹਾਡੇ ਗੱਲ ਕਰੀਏ, ਕਹਿੰਦੇ ਪਰ ਤੁਸੀਂ ਕਦੇ ਵੀ ਘਰ ਦੇ
ਜਿਹੜੀ ਆਮਦਨ ਦੇ ਵਾਧੇ ਦੇ ਵਾਸਤੇ ਕਹਿੰਦੇ ਕੋਈ ਵੀ ਕਾਰਜ ਨਹੀਂ ਕੀਤਾ। ਜਨਕ ਬਚਨ ਪੂਛਣ ਕਰ ਸੁਣੀਆਂ, ਜਿਉ ਡੋਲ ਬੈਠੇ ਵੱਡ ਮੁਨੀਆਂ। ਤੇ ਕਹਿੰਦੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਨਕ ਦਾ ਭਾਵ ਹੁੰਦਾ ਪਿਤਾ, ਜਨਕ ਵਚਨ ਭਾਵ ਪਿਤਾ ਦੇ ਵਚਨ, ਪੂਛਣ ਦਾ ਭਾਵ ਹੁੰਦਾ ਚੁੱਪ ਕਰ ਜਣਿਆ, ਕਹਿੰਦੇ ਕਰ ਸੁਣੀਆਂ। ਤੇ ਕਹਿੰਦੇ ਜਨਕ ਭਾਵ ਪਿਤਾ ਦੇ ਵਚਨਾਂ ਨੂੰ ਚੁੱਪ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ ਨੇ। ਕਹਿੰਦੇ ਜਿਉਂ ਅਡੋਲ ਬੈਠੇ ਵੱਡ ਮੁਨੀਆਂ, ਮੁਨੀਆਂ ਦਾ ਭਾਵ ਹੁੰਦਾ ਵੀ ਜਿਨ੍ਹਾਂ ਨੇ ਮੌਨ ਧਾਰਨ ਕੀਤਾ ਹੋਵੇ, ਜਿਹੜੇ ਆਪਣੀ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਕੁਝ ਬੋਲਦੇ ਨਹੀਂ, ਉਹ ਮੌਨ ਧਾਰਨ ਕਰ ਲੈਂਦੇ ਨੇ, ਚੁੱਪ ਧਾਰਨ ਕਰ ਲੈਂਦੇ ਨੇ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਦੀ ਵਿਚਾਰ ਚਰਚਾ ਨੂੰ ਇਸ ਤਰ੍ਹਾਂ ਇਕਾਗਰ ਚਿੱਤ ਹੋ ਕੇ ਚੁੱਪਚਾਪ ਸੁਣਦੇ ਨੇ ਜਿਵੇਂ ਕੋਈ ਵੱਡਾ ਮੋਨੀ ਸਾਹਮਣੇ ਮੌਨ ਧਾਰਨ ਕਰਕੇ ਬੈਠਾ ਹੋਵੇ। ਬਹੁ ਬਿਤ ਕੀ ਕਹਿ ਗਿਰਾ ਕਠੋਰਾ, ਤੂਸ਼ਣ ਪਾਜ ਸਰੋਸ ਨਾ ਥੋਰਾ। ਤੇ ਕਹਿੰਦੇ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਸਮਝਾਉਂਦੇ ਗੁੱਸੇ ਦੇ ਵਿੱਚ ਵੀ ਕਹਿੰਦੇ ਕਈ ਵਾਰੀ ਬਹੁਤ ਸ਼ਬਦ ਬੋਲੇ ਨੇ, ਕਠੋਰ ਸ਼ਬਦ ਵੀ ਬੋਲ ਦਿੱਤੇ ਨੇ, ਗੁੱਸੇ ਭਰੇ ਬਚਨ ਵੀ ਆਖ ਦਿੱਤੇ ਨੇ। ਪਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਨੇ ਆਪਣੇ ਪਿਤਾ ਦੇ ਮੂਹਰੇ ਇੱਕ ਬਚਨ ਵੀ ਨਹੀਂ ਆਖਿਆ। ਅਸੀਂ ਆਪਣੇ ਜੀਵਨ ਦੀ ਝਾਤ ਮਾਰੀਏ ਨਾ, ਜੇਕਰ ਸਾਡਾ ਮਾਂ-ਬਾਪ ਸਾਨੂੰ ਇੱਕ ਗੱਲ ਆਖ ਵੀ ਦੇਵੇ ਗੁੱਸੇ 'ਚ, ਅਸੀਂ 100 ਗੱਲਾਂ ਆਖਣ ਤੱਕ ਜਾਂਦੇ ਆ ਵੀ ਭਾਈ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ। ਇਹ ਉਹ ਮਾਂ-ਬਾਪ ਨੇ ਨਹੀਂ ਕਹਿਣਾ ਤਾਂ ਦੁਨੀਆ ਦੇ ਵਿੱਚ ਹੋਰ ਕਿਹੜਾ ਵੀ ਜਿਹੜੀ ਅਸੀਂ ਸਹਿ ਲਵਾਂਗੇ। ਤੇ ਦੇਖੋ ਸਾਨੂੰ ਇਹ ਵੀ ਗੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਸਿੱਖਣ ਨੂੰ ਮਿਲਦਾ ਵੀ ਭਾਈ ਜੇਕਰ ਮਾਂ-ਬਾਪ ਵੀ ਉਹਨਾਂ ਨੂੰ ਝਿੜਕ ਰਿਹਾ ਨਾ ਤਾਂ ਬੁਰਾ ਨਹੀਂ ਮਨਾ ਰਹੇ। ਹਾਲਾਂਕਿ ਪੂਰੀ ਦੁਨੀਆ, ਪੂਰੀ ਕਾਇਨਾਤ ਉਹਨਾਂ ਨੂੰ ਜਗਤ ਦਾ ਮਾਲਕ ਕਹਿ ਕੇ ਉਹਨਾਂ ਦੀ ਆਰਾਧਨਾ ਕਰ ਰਹੀ ਆ, ਪਰ ਜਗਤ ਦਾ ਮਾਲਕ ਵੀ ਆਪਣੇ ਮਾਂ-ਬਾਪ ਦਾ ਪੂਰਾ ਸਤਿਕਾਰ ਕਰ ਰਿਹਾ। ਸਾਨੂੰ ਇਹ ਵੀ ਸਿੱਖਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਵਿਚਾਰ ਤੋਂ ਸਿੱਖਣੀ ਪਵੇਗੀ, ਧਾਰਨ ਕਰਨੀ ਪਵੇਗੀ ਅੱਜ ਦੇ ਸਮੇਂ ਦੇ ਵਿੱਚ ਵੀ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਿਤਾ ਜੀ ਨੇ ਬਹੁਤ ਮੰਦਾ ਚੰਗਾ ਵੀ ਆਖਿਆ, ਪਰ ਮਜਾਲ ਆ ਵੀ ਇੱਕ ਸ਼ਬਦ ਵੀ ਆਖ ਦਿੱਤਾ ਹੋਵੇ ਤੇ ਚੁੱਪਚਾਪ ਕਹਿੰਦੇ ਉਹ ਸਾਰੀ ਵਿਚਾਰ ਆਪਣੇ ਪਿਤਾ ਜੀ ਦੀ ਸੁਣ ਰਹੇ ਨੇ। ਘਟਕਾ ਜੁਗਲ ਬਤੀਤੀ ਜਬ ਹੀ, ਤਪਤ ਰਿਦਾ ਸ਼ੀਤਲ ਪਾ ਤਬ ਹੀ। ਕਹਿੰਦੇ ਜਦੋਂ 2 ਘੜੀਆਂ ਦਾ ਸਮਾਂ ਬੀਤ ਗਿਆ ਨਾ, ਤੇ ਕਹਿੰਦੇ ਤਪਦੇ ਹਿਰਦੇ ਨੂੰ ਜਦੋਂ ਥੋੜੀ ਜਿਹੀ ਉਦੋਂ ਠੰਡ ਪਈ ਮਹਿਤਾ ਕਾਲੂ ਜੀ ਨੂੰ, ਜਦੋਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਪੱਖ ਰੱਖਦੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੁੰਦੇ ਨੇ ਨਾ ਜਦੋਂ, ਤਾਂ ਮਹਿਤਾ ਕਾਲੂ ਜੀ ਜਿਹੜੇ ਗੁੱਸੇ ਦੇ ਵਿੱਚ ਸਨ ਤਾਂ ਉਹਨਾਂ ਦਾ ਗੁੱਸਾ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਹੈ। ਬਹੁਰ ਬੋਲੇ ਬੋਲ ਅਮੋਲਾ, ਜਨ ਕਾਲੂ ਸੁਖ ਕੁਲ ਪੈ ਖੋਲਾ। ਤੇ ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਆਪਣੇ ਪਿਤਾ ਦੇ ਅਨੁਸਾਰ ਅਮੋਲਕ ਬਚਨ ਜਦੋਂ ਬੋਲੇ ਨਾ, ਤਾਂ ਕਹਿੰਦੇ ਮਹਿਤਾ ਕਾਲੂ ਜੀ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਜਿਵੇਂ ਉਹਨਾਂ ਦੇ ਸੁੱਖਾਂ ਦਾ ਜੰਦਰਾ ਜਿਹੜਾ ਸੀ ਉਹ ਖੁੱਲ ਗਿਆ ਹੋਵੇ। ਬਖਸ਼ ਖਤਾ ਪਿਤ ਪਾਸ਼ਲ ਕੇਰੀ, ਨਹਿ ਬੇਗਾਰੋਂ ਕਾਰਜ ਫੇਰੀ। ਤੇ ਹੁਣ ਆਪਣੇ ਪਿਤਾ ਜੀ ਨੂੰ ਆਖਦੇ ਨੇ ਕਿ ਹੇ ਮੇਰੇ ਪਿਤਾ ਜੀ, ਤੁਸੀਂ ਮੇਰੇ ਪਿਤਾ ਜੀ ਹੋ, ਤੁਸੀਂ ਮੇਰੇ ਤੋਂ ਵਡੇਰੇ ਹੋ। ਕਹਿੰਦੇ ਮੈਂ ਬੱਚਾ, ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਨਾ ਉਹਨਾਂ ਨੂੰ ਮਾਫ ਕਰ ਦਿਓ। ਹੁਣ ਸਮਾਜ ਦੇ ਵਿੱਚ ਜੇਕਰ ਅਸੀਂ ਆਪਣੇ ਜੀਵਨ ਦੀ ਗੱਲ ਕਰ ਲਈਏ ਨਾ, ਸਾਰਿਆਂ ਦੇ ਕੋਲੋਂ ਗਲਤੀਆਂ ਹੁੰਦੀਆਂ ਨੇ, ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ। ਇਨਸਾਨ ਗਲਤੀਆਂ ਕਰ ਕਰਕੇ ਹੀ ਸਿੱਖਦਾ ਹੈ ਸਮਾਜ ਦੇ ਵਿੱਚ। ਪਰ ਇੱਕ ਗੱਲ ਯਾਦ ਰੱਖੀਏ, ਜਿਹੜਾ ਇਨਸਾਨ ਆਪਣੇ ਜੀਵਨ ਦੇ ਵਿੱਚ ਆਪਣੀ ਗਲਤੀ ਸਵੀਕਾਰ ਨਹੀਂ ਕਰ ਰਿਹਾ ਨਾ, ਉਹ ਇੱਕ ਹੋਰ ਵੱਡੀ ਗਲਤੀ ਕਰ ਰਿਹਾ। ਆਪਣੀ ਗਲਤੀ ਨੂੰ ਸਵੀਕਾਰ ਕਰਨਾ ਵੀ ਸਾਨੂੰ ਜ਼ਰੂਰੀ ਸਿੱਖਣਾ ਚਾਹੀਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਨੂੰ ਆਖਦੇ ਨੇ ਵੀ ਹੇ ਪਿਤਾ ਜੀ, ਮੇਰੇ ਕੋਲ ਪਿਛਲੇ ਸਮੇਂ ਦੇ ਵਿੱਚ ਬਹੁਤ ਗਲਤੀਆਂ ਹੋ ਗਈਆਂ। ਤੁਸੀਂ ਆਖਦੇ ਹੋ ਨਾ ਨੁਕਸਾਨ ਕੀਤਾ, ਮੈਂ ਉਸ ਸਾਰੀਆਂ ਗਲਤੀਆਂ ਦੀ ਮਾਫੀ ਚਾਹੁੰਦਾ ਤੇ ਯਤਨ ਕਰਾਂਗਾ ਤੇ ਅੱਗੇ ਤੋਂ ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਾਂਗਾ ਜਿਸ ਦੇ ਨਾਲ ਤੁਹਾਨੂੰ ਬੁਰਾ ਲੱਗੇ, ਤੁਹਾਡਾ ਦਿਲ ਦੁਖੇ। ਜਿਉਂ ਰਾਵਰ ਕੀ ਹੋਏ ਰਜ਼ਾਈ, ਤਿਉ ਮੈਂ ਕਰਿਓ ਪ੍ਰੀਤ ਲਗਾਈ। ਤੇ ਹੁਣ ਆਪਣੇ ਪਿਤਾ ਜੀ ਨੂੰ ਆਖਦੇ ਨੇ ਵੀ ਜਿਹੜੀ ਵੀ ਤੁਹਾਡੀ ਕੰਮ ਕਰਵਾਉਣ ਦੀ ਇੱਛਾ ਹੈ, ਤੁਸੀਂ ਚਾਹੁੰਦੇ ਹੋ ਨਾ ਮੈਂ ਧਨ ਕਮਾ ਕੇ ਲੈ ਕੇ ਆਵਾਂ, ਤੁਸੀਂ ਦੱਸੋ ਵੀ ਤੁਹਾਡੀ ਕੀ ਇੱਛਾ ਹੈ, ਤੁਸੀਂ ਕੀ ਚਾਹੁੰਦੇ ਹੋ ਵੀ ਮੈਂ ਕੀ ਕੰਮ ਕਰਾਂ। ਕਹਿੰਦੇ ਤੁਸੀਂ ਵਿਚਾਰ ਕੇ ਮੈਨੂੰ ਦੱਸ ਦਿਓ, ਮੈਂ ਉਸੇ ਅਨੁਸਾਰ ਤੁਹਾਡਾ ਹੁਕਮ ਸਤ ਕਰਕੇ ਮੰਨਾਂਗਾ ਤੇ ਆਪਣੇ ਜੀਵਨ ਦੇ ਵਿੱਚ ਉਹੀ ਕੰਮ ਕਰਾਂਗਾ। ਉਚਿਤ ਕਰਨ ਕੇ ਮੌਕੇ ਜੋ, ਅਬ ਕਹੀਏ ਕਰਿਓ ਮੈਂ ਸੋ। ਤੇ ਮਹਿਤਾ ਕਾਲੂ ਜੀ ਨੂੰ ਹੁਣ ਆਪਣੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ
कि हे पिता जी तुसी विचार कर लो भी मेरे लिए किहड़ा काम चंगा है, मेरे लिए किहड़ा काम तुसी उचित समझदे हो ना। ते कहंदे तुसी ओ मैनूं कह दवो ते कहंदे मैं बड़े प्रेम दे नाल लगन दे नाल ओ काम करांगा। क्योंकि धन गुरु नानक साहिब जी महाराज जी नूं पहले तौर दे उत्ते यही बेनती कीती भी हे पुੱਤਰ किसी भी काम नूं करना है ना, सब तो पहला उस काम दे नाल अपना प्रेम पा ला, उस काम दे नाल अपनी लगन लगा ला, मन करके खुशी करके जेकर वो तेरा तू काम करेगा ना तो समझ ली वो भी एक बंदगी के बराबर है। तो हुण मेहता कालू जी नूं धन गुरु नानक साहिब जी महाराज आखदे ने भी तुसी जिहड़ा भी कारज मेरे लिए उचित समझदे हो पिता जी मैनूं वो दसना कर दो, मैं प्रेम दे नाल तुहाडी गल मन के वो काम करांगा। मृदल मधुर नमरी सुन बानी भी कालू के मन सुखदानी। हुण कहंदे जदों गुरु जी दे कोमल मिठी आवाज़ भरे बचन मेहता कालू जी ने सुने ना तो मन दे विच ऐन ठंडक आई, मन पूरा शांत हो गया, मन दे विच सुख प्राप्त किया। मेहता कालू जी ने अपने पुत्र दे कोलों बचन सुन के ते धन गुरु नानक साहिब जी महाराज जी हुण अपने पिता जी की गल की आग्या की जिहड़ी है वो पालना करते ने। जान अपने सुते अनुसारी धन खाटन की गिरा उचारी। ते हुण फिर मेहता कालू जी ने भी ये अपने मन दे विच महसूस किया भी मेरा पुत्र हुण असल सही राह दे उत्ते आया, मेरा पुत्र ने हुण सही दिशा फड़ी है। ते जिन्हां ने ये फिर पक्ष रखिया भी भाई मैं तुहाडे अनुसार काम करांगा, जो भी तुसीं उचित समझदे हो तो मैं सारा कार्य करांगा। धन खाटन की गिरा उचारी कहंदे भी हुण ये सही राह दे उत्ते तुरिया भी इहने अपने आप ये गल आखी आ भी मैनूं धन कमाउण दी रीत दसो, किस तरीके दे नाल मैं धन कमा सकदा, भी मैनूं ये गल कही है। सुन सत पूरब भाकृखकारी पशु चराए सो दीन उजारी। हुण मेहता कालू जी अपने पुत्र नूं समझाउंदे ने, कहंदे तुहानूं मैं एक वारी खेती करन दे लई भी भेजिया, कहंदे पर तुसीं उहदे विच भी कामयाब नहीं होए, उहदे विच भी सफलता हासिल नहीं करके आए। कहंदे फिर तुहानूं पशु चराउण दे वास्ते भी भेजिया सी, कहंदे जदों तुसीं पशु चराण गए दुनिया दे लोग फिर भी उलांभा लैके आ गए। हालांकि उत्थे असीं वो प्रसंग सरवण कीता भी दौलत राय भी धन गुरु नानक साहिब जी महाराज जी दे उदों चरनां दे विच ढह पिया सी, आप माफ़ी मंगदा सी भी भाई वो किसान ने तुहाडे ते गलत इल्जाम लगाए ने। पर हुण मेहता कालू जी उही पक्ष रखदे ने भी कहंदे मैं तुहानूं दो काम सौंपे सी, कहंदे तुसीं दोनां कामां दे विच साडा नुकसान कीता है। मुझ मन मैं थी ऐसा विचारा दिओ बसाए एक ग्राम निराला। हुण जदों धन गुरु नानक साहिब जी महाराज जी नूं मेहता कालू जी ने खेती करन दे वास्ते भेजिया सी ना, असीं उसे प्रसंग दे विच इह सरवण कर चुके सां कि जदों 3 दिनां दे बाद वो फसल निकल आई सी, बीज फुट गए सी, तां उस वेले धन गुरु नानक साहिब जी महाराज जी दे बाबत मेहता कालू जी ने अपने मन दे विच इह विचार चर्चा कीती सी भी जेकर मेरा पुੱਤ इसे तरह लगन दे नाल मेहनत दे नाल इह खेती करेगा ना, कहंदे मैं इहनूं बहुत वड्डा नगर वसा के देवांगा, बहुत वड्डा नगर इन्हां दे हवाले कर देवांगा। हुण पटवारी दे अंडर किन्ने पिंड हुंदे ने ते कहंदे कि मेरा पुੱਤ किते वधिया काम काज करे ना, ईमानदारी दे नाल जेकर खेती भी करन लग पिया तां मैनूं इहो जिहा नगर वसा के देवांगा, इस दी ईमानदारी दे नाल जिहड़े काम काज कीते ने जिहड़े भी उस नगर दे विच लोक रहणगे वो सुख भोगणगे। हुण मेहता कालू जी अपने पुੱਤਰ ਨੂੰ आखदे ने कि हे पुੱਤਰ मेरे मन दे विच अजिहा विचार सी कि मैं तैनूं एक नियारा पिंड वसा के देवां। सो तो रहे मनोरथ मेरे पंगत कहे ज्यों कर सर हेरे। ते फिर हुण इत्थे एक होर पक्ष उदाहरण वरत के हुण आखदे ने, कहंदे भी जिवें कोई पिंगला होवे, आम तौर दे उत्ते असीं अज दी भाषा 'च जेकर अपनी 'च गल कर लईए जिहनूं असीं कह दिंदे भी हैंडीकैप, कहंदे जेकर कोई पिंगला होवे ते उहदे मन दे विच इच्छा होवे ना भी मैं पहाड़ चढ़ना, कहंदे मेरे भी मन दी वो इच्छा ही रह गई भी मैं सोचिया सी भी तुहानूं एक नगर वसा के देवां, कहंदे पर यह मेरा जिहड़ा सी विचार सी ना इहनूं तुसीं अमली जामा नहीं पहना सके, ये विचार मेरे मन दी विचार बन के ही रह गई है। मुझ ते 20 कार खक लीजै आन स्थान प्यानो कीजै, हेर लाभता वस्त बेचारी बन जो निज मत के अनुसारी। ते इसे तरह
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਮਹਿਤਾ ਕਾਲੂ ਜੀ ਦੇ ਵਿਚਕਾਰ ਇੱਥੋਂ ਤੱਕ ਦੀ ਵਿਚਾਰ ਚਰਚਾ ਅਸੀਂ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਹੁਣ ਮਹਿਤਾ ਕਾਲੂ ਜੀ ਬੇਨਤੀ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੀ ਬਚਨਾਂ ਨੂੰ ਸੱਤ ਕਰਕੇ ਮੰਨਦੇ ਨੇ ਤੇ ਹੁਕਮ ਸੱਤ ਕਰਕੇ ਮੰਨ ਕੇ ਤੇ ਫਿਰ ਨਾਲ ਹੀ ਨਾਲ ਆਪਣੇ ਪਿਤਾ ਜੀ ਨੂੰ ਸੁੱਖ ਦੇਣ ਦੇ ਵਾਸਤੇ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ ਕਿ ਪਿਤਾ ਜੀ ਜੋ ਤੁਹਾਡੀ ਆਗਿਆ ਹੈ ਮੈਂ ਤੁਹਾਡੀ ਆਗਿਆ ਦਾ ਪਾਲਣ ਕਰਾਂਗਾ, ਜੋ ਤੁਹਾਡੇ ਵਿਚਾਰ ਨੇ ਉਹ ਵਿਚਾਰਾਂ ਦੇ ਉੱਤੇ ਮੈਂ ਚੱਲਣ ਦਾ ਯਤਨ ਕਰਾਂਗਾ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਦੇਖਦੇ ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਜੀ ਕਿਹੜਾ ਕੰਮ ਨਵਾਂ ਸੌਂਪਦੇ ਨੇ ਜਾਂ ਕਿਸ ਕੰਮ ਦੀ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ। ਉਹ ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਹਾਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।